ਹਾਲੇਲੂਇਆ। ਸਾਰਿਆਂ ਨੂੰ ਜੈ ਮਸੀਹ ਦੀ। ਆਓ ਅਸੀਂ ਪ੍ਰਭੂ ਯੀਸ਼ੂ ਮਸੀਹ ਦੇ ਪਵਿੱਤਰ ਕਲਾਮ ਦੇ ਵਿੱਚੋਂ ਕੁਝ ਗੱਲਾਂ ਨੂੰ ਸਿੱਖਾਂਗੇ। ਆਓ ਅਸੀਂ ਪੜ੍ਹੀਏ ਪਹਿਲਾ ਕੁਰਿੰਥੀਆਂ ਉਹਦਾ 2 ਅਧਿਆਏ ਉਹਦੀ 10 ਆਇਤ ਤੋਂ ਲੈ ਕੇ 12 ਆਇਤ ਤੱਕ ਪੜਾਂਗੇ ਆਪਾਂ। ਬਾਈਬਲ 'ਚ ਲਿਖਿਆ, ਉਹਨਾਂ ਨੂੰ ਪਰਮੇਸ਼ਵਰ ਨੇ ਆਤਮਾ ਦੇ ਦੁਆਰਾ ਸਾਡੇ ਉੱਤੇ ਪ੍ਰਗਟ ਕੀਤਾ, ਕਿਉਂ ਜੋ ਆਤਮਾ ਸਾਰੀਆਂ ਵਸਤਾਂ ਦੀ ਸਗੋਂ ਪਰਮੇਸ਼ਵਰ ਦੀਆਂ ਡੂੰਘੀਆਂ ਵਸਤਾਂ ਦੀ ਜਾਂਚ ਕਰ ਲੈਂਦਾ ਹੈ। ਮਨੁੱਖ ਦੇ ਆਤਮਾ ਤੋਂ ਬਿਨਾਂ ਜੋ ਉਹਦੇ ਅੰਦਰ ਹੈ, ਮਨੁੱਖ ਵਿੱਚ ਮਨੁੱਖ ਦੀਆਂ ਗੱਲਾਂ ਕੌਣ ਜਾਣ ਸਕਦਾ ਹੈ। ਇਸੇ ਪ੍ਰਕਾਰ ਪਰਮੇਸ਼ਰ ਦਾ ਆਤਮਾ ਤੋਂ ਬਿਨਾਂ ਪਰਮੇਸ਼ਰ ਦੀਆਂ ਗੱਲਾਂ ਨੂੰ ਕੋਈ ਜਾਣ ਨਹੀਂ ਸਕਦਾ। ਪਰ ਸਾਨੂੰ ਜਗਤ ਦਾ ਆਤਮਾ ਨਹੀਂ, ਸਗੋਂ ਉਹ ਆਤਮਾ ਮਿਲਿਆ ਹੈ ਜਿਹੜਾ ਪਰਮੇਸ਼ਵਰ ਤੋਂ ਹੈ, ਤਾਂ ਜੋ ਅਸੀਂ ਉਹਨਾਂ ਪਦਾਰਥਾਂ ਨੂੰ ਜਾਣੀਏ ਜਿਹੜੇ ਪਰਮੇਸ਼ਵਰ ਨੇ ਸਾਨੂੰ ਬਖਸ਼ੇ ਹਨ। ਬੋਲਾਂਗੇ ਆਮੀਨ, ਹਾਲੇਲੂਇਆ। ਸੋ ਅੱਜ ਦੇ ਅਸੀਂ ਕਲਾਮ ਦੇ ਦੁਆਰਾ ਪ੍ਰਭੂ ਯੀਸ਼ੂ ਮਸੀਹ ਦੀ ਬਹੁਤ ਸਾਰੀ ਗੱਲਾਂ ਨੂੰ ਸਿੱਖਣ ਵਾਲੇ ਹਾਂ। ਬਾਈਬਲ 'ਚ ਲਿਖਿਆ, ਪਰਮੇਸ਼ਵਰ ਨੇ ਜੋ ਆਪਣਾ ਆਪ ਆ, ਆਪਣਾ ਗਿਆਨ ਆ, ਜਾਂ ਆਪਣੀ ਸਮਝ ਆ, ਜਾਂ ਆਪਣੀ ਸਾਮਰਥ ਆ, ਕਿਹਦੇ ਦੁਆਰਾ ਸਾਡੇ ਤੇ ਪ੍ਰਗਟ ਕੀਤੀ? ਆਤਮਾ ਦੇ ਦੁਆਰਾ। ਕਿਹੜਾ ਆਤਮਾ? ਪਵਿੱਤਰ ਆਤਮਾ ਦੇ ਦੁਆਰਾ ਸਾਡੇ ਉੱਤੇ ਪ੍ਰਗਟ ਕੀਤੀ, ਕਿਉਂਕਿ ਆਤਮਾ ਹੀ ਆ ਜੋ ਪਰਮੇਸ਼ਵਰ ਦੀਆਂ ਗੱਲਾਂ ਨੂੰ ਸਾਡੇ ਉੱਤੇ ਪ੍ਰਗਟ ਕਰਦਾ ਆ। ਆਤਮਾ ਤੋਂ ਬਿਨਾਂ ਅਸੀਂ ਕਿਸੇ ਵੀ ਗੱਲ ਨੂੰ ਜਾਂਚ ਨਹੀਂ ਸਕਦੇ। ਆਤਮਾ ਤੋਂ ਬਿਨਾਂ ਅਸੀਂ ਪ੍ਰਭੂ ਦੀ ਕੋਈ ਵੀ ਯੋਜਨਾ ਨੂੰ ਸਮਝ ਨਹੀਂ ਸਕਦੇ। ਜੇਕਰ ਪਵਿੱਤਰ ਆਤਮਾ ਤੁਹਾਡੀ ਅਗਵਾਈ ਨਹੀਂ ਕਰਦਾ ਤਾਂ ਤੁਸੀਂ ਪ੍ਰਭੂ ਯੀਸ਼ੂ ਮਸੀਹ ਦੀ ਕਿਸੇ ਵੀ ਗੱਲ ਨੂੰ ਸਮਝ ਨਹੀਂ ਸਕਦੇ। ਤੁਸੀਂ ਆਪਣੇ ਬੁਲਾਹਟ ਨੂੰ ਵੀ ਨਹੀਂ ਜਾਣ ਸਕਦੇ ਕਿ ਤੁਹਾਡੀ ਬੁਲਾਹਟ ਕੀ ਆ, ਪਰਮੇਸ਼ਰ ਨੇ ਤੁਹਾਨੂੰ ਬੁਲਾਇਆ ਕਿਉਂ ਆ। ਕਿਉਂਕਿ ਜੇਕਰ ਪਰਮੇਸ਼ਰ ਦਾ ਆਤਮਾ ਤੁਹਾਡੇ ਅੰਦਰ ਨਹੀਂ ਗਾ, ਬਾਈਬਲ ਦੱਸਦੀ ਕਿ ਮਨੁੱਖ ਦੇ ਅੰਦਰ ਜੋ ਆ, ਮਨੁੱਖ ਦੀਆਂ ਗੱਲਾਂ ਨੂੰ ਕੌਣ ਜਾਣ ਸਕਦਾ ਆ। ਇਸੇ ਤਰ੍ਹਾਂ ਹੀ ਪਰਮੇਸ਼ਵਰ ਦੇ ਆਤਮਾ ਤੋਂ ਬਿਨਾਂ ਪਰਮੇਸ਼ਰ ਦੀਆਂ ਗੱਲਾਂ ਨੂੰ ਕੋਈ ਜਾਣ ਨਹੀਂ ਸਕਦਾ। ਔਰ ਬਾਈਬਲ ਦੱਸਦੀ ਕਿ ਸਾਨੂੰ ਉਹ ਆਤਮਾ ਮਿਲਿਆ ਜੋ ਪਰਮੇਸ਼ਵਰ ਦੇ ਵੱਲੋਂ ਆ, ਸੱਚਾਈ ਦਾ ਆਤਮਾ ਜੋ ਪ੍ਰਭੂ ਦੀਆਂ ਸਾਰੀਆਂ ਗੱਲਾਂ ਨੂੰ ਸਾਡੇ ਉੱਤੇ ਪ੍ਰਗਟ ਕਰਦਾ ਆ, ਜੋ ਸਾਰੀ ਸੱਚਾਈ ਨੂੰ ਸਾਡੇ ਉੱਤੇ ਪ੍ਰਗਟ ਕਰਦਾ ਆ। ਬਾਈਬਲ 'ਚ ਲਿਖਿਆ, ਪ੍ਰਭੂ ਯੀਸ਼ੂ ਮਸੀਹ ਨੇ ਕਿਹਾ ਕਿ ਮੈਂ ਜਾਵਾਂਗਾ ਔਰ ਪਵਿੱਤਰ ਆਤਮਾ ਅਰਥਾਤ ਸੱਚਾਈ ਦਾ ਆਤਮਾ ਤੁਹਾਡੇ ਕੋਲ ਆਵੇਗਾ, ਜੋ ਸਾਰੀ ਸੱਚਾਈ ਦੇ ਵਿੱਚੋਂ ਤੁਹਾਡੀ ਅਗਵਾਈ ਕਰੇਗਾ ਔਰ ਮੇਰੀਆਂ ਕਈਆਂ ਹੋਈਆਂ ਗੱਲਾਂ ਦੇ ਵਿੱਚੋਂ ਤੁਹਾਨੂੰ ਕੀ ਆ, ਸਿਖਾਵੇਗਾ। ਅੱਜ ਪਵਿੱਤਰ ਆਤਮਾ ਸਾਡੇ ਜੀਵਨ ਦੇ ਵਿੱਚ ਸਾਨੂੰ ਸਾਰੀ ਸੱਚਾਈ ਨੂੰ ਖੋਲ ਕੇ ਦੱਸਦਾ ਹੈ। ਬਾਈਬਲ ਦੇ ਵਿੱਚ ਜਦੋਂ ਅਸੀਂ ਪੜ੍ਹਦੇ ਹਾਂ, ਇੱਕ ਟਾਈਮ ਤੇ ਪ੍ਰਭੂ ਯੀਸ਼ੂ ਮਸੀਹ ਨੇ ਪ੍ਰਾਰਥਨਾ ਨੂੰ ਮਹੱਤਵ ਦਿੱਤਾ ਕਿ ਪ੍ਰਾਰਥਨਾ ਕਰੋ, ਜਾਗਦੇ ਰਹੋ ਤੇ ਪ੍ਰਾਰਥਨਾ ਕਰੋ, ਨਿਤ ਪ੍ਰਾਰਥਨਾ ਕਰੋ, ਹਰ ਰੋਜ਼ ਪ੍ਰਾਰਥਨਾ ਕਰੋ। ਬਾਈਬਲ ਦੇ ਵਿੱਚ ਪ੍ਰਾਰਥਨਾ ਦੇ ਬਾਰੇ ਬਹੁਤ ਸਾਰੀ ਗੱਲਾਂ ਕੀਤੀਆਂ ਕਿ ਪ੍ਰਾਰਥਨਾ ਕਰੋ, ਪ੍ਰਾਰਥਨਾ ਕਰੋ। ਯੀਸ਼ੂ ਮਸੀਹ ਨੇ ਵੀ ਕਿਹਾ ਜਾਗਦੇ ਰਹੋ ਤੇ ਪ੍ਰਾਰਥਨਾ ਕਰੋ। ਕਿਉਂ ਕਿਹਾ ਯੀਸ਼ੂ ਮਸੀਹ ਨੇ ਜਾਗਦੇ ਰਹੋ ਤੇ ਪ੍ਰਾਰਥਨਾ ਕਰੋ? ਕਿਉਂਕਿ ਉਸ ਟਾਈਮ ਤੇ ਪਵਿੱਤਰ ਬਾਈਬਲ, ਪਵਿੱਤਰ ਸ਼ਾਸਤਰ ਉਹਨਾਂ ਦੇ ਅੰਦਰ ਸੀ, ਬਲਕਿ ਉਹਨਾਂ ਦੇ ਹੱਥਾਂ ਦੇ ਵਿੱਚ ਨਹੀਂ ਸੀਗਾ, ਜਿਸ ਤੋਂ ਉਹ ਪੜ੍ਹ ਕੇ ਤੁਹਾਡੀ ਅਗਵਾਈ ਕਰ ਸਕਦੇ ਸੀਗੇ। ਪਰ ਬਾਈਬਲ ਦੱਸਦੀ ਕਿ ਪਵਿੱਤਰ ਆਤਮਾ ਨੇ ਉਹਨਾਂ ਦੀ ਅਗਵਾਈ ਕੀਤੀ, ਉਹ ਸਾਰੀਆਂ ਗੱਲਾਂ ਦੱਸਣ ਦੇ ਲਈ, ਸਾਰੀਆਂ ਗੱਲਾਂ ਸਿਖਾਈਆਂ ਪਵਿੱਤਰ ਆਤਮਾ ਨੇ। ਔਰ ਅੱਜ ਜੋ ਸਾਨੂੰ ਵੀ ਪਵਿੱਤਰ ਆਤਮਾ ਪ੍ਰਾਰਥਨਾ ਕਰਨ ਤੋਂ ਜ਼ਿਆਦਾ ਪਵਿੱਤਰ ਬਾਈਬਲ ਨੂੰ ਪੜ੍ਹਨ ਲਈ ਕਹਿੰਦਾ ਹੈ। ਪਰ ਸਾਨੂੰ ਇਸ ਗੱਲ ਦੀ ਸਮਝ ਨਹੀਂ ਗਈ ਕਿ ਅੱਜ ਪਵਿੱਤਰ ਆਤਮਾ ਸਾਡੇ ਨਾਲ ਕੀ ਗੱਲ ਕਰਦਾ ਹੈ। ਅੱਜ ਬਹੁਤ ਸਾਰੇ ਲੋਕ 2-2 ਘੰਟੇ ਜਾਂ 3-3 ਘੰਟੇ ਪ੍ਰਾਰਥਨਾ ਕਰਦੇ ਆ, ਪਰ ਬਾਈਬਲ ਉਹ 10-15 ਮਿੰਟ ਜਾਂ ਅੱਧਾ ਘੰਟਾ, ਵੱਧ ਤੋਂ ਵੱਧ ਅੱਧਾ ਘੰਟਾ, ਪੌਣਾ ਘੰਟਾ ਪੜ੍ਹ ਸਕਦੇ ਆ, ਇਸ ਤੋਂ ਵੱਧ ਨਹੀਂ। ਪਵਿੱਤਰ ਆਤਮਾ ਅੱਜ ਅਗਵਾਈ ਕੀ ਕਰ ਰਿਹਾ ਆ ਕਿ ਅਸੀਂ ਪਵਿੱਤਰ ਬਾਈਬਲ ਨੂੰ ਪੜ੍ਹੀਏ, ਉਹਦੇ ਵਚਨਾਂ ਨੂੰ ਪੜ੍ਹੀਏ ਔਰ ਜਾਣੀਏ ਕਿ ਉਹ ਸਮਾਂ, ਅੰਤ ਦਾ ਸਮਾਂ ਦੇ ਵਿੱਚ ਅਸੀਂ ਕਿਹੋ ਜਿਹੀ ਤਿਆਰੀ ਕਰਨੀ ਹੈ। ਸਾਡੀ ਉਸ ਤਿਆਰੀ ਦੇ ਲਈ ਪਵਿੱਤਰ ਆਤਮਾ ਸਾਡੀ ਅਗਵਾਈ ਕਰਦਾ, ਕਿਉਂਕਿ ਬਾਈਬਲ ਦੱਸਦੀ ਕਿ ਅਸੀਂ ਆਤਮਾ ਦੇ ਦੁਆਰਾ ਹੀ ਸਮਝ ਸਕਦੇ ਕਿ ਪਰਮੇਸ਼ਵਰ ਸਾਡੇ ਨਾਲ, ਸਾਡੇ ਜੀਵਨ ਦੇ ਵਿੱਚ ਸਾਡੇ ਲਈ ਕੀ ਚਾਹੁੰਦਾ ਹੈ। ਅੱਜ मैं दस रहा कि परमेश्वर का आत्मा सानू
ਪਵਿੱਤਰ ਬਾਈਬਲ ਪੜ੍ਹਨ ਨੂੰ ਕਹਿ ਰਿਹਾ ਹੈ, ਪਵਿੱਤਰ ਬਾਈਬਲ ਨੂੰ ਸਮਾਂ ਦੇਣ ਨੂੰ ਕਹਿ ਰਿਹਾ ਹੈ। ਕਿਉਂਕਿ ਜੇਕਰ ਅਸੀਂ ਪਵਿੱਤਰ ਬਾਈਬਲ ਨੂੰ ਨਹੀਂ ਪੜ੍ਹਿਆ ਜਾਂ ਨਹੀਂ ਸਮਝਿਆ ਤੇ ਅਸੀਂ ਵੀ ਭਰਮਾਏ ਜਾਵਾਂਗੇ। ਕਿਉਂਕਿ ਬਾਈਬਲ ਦੇ ਵਚਨ ਦੇ ਅਨੁਸਾਰ, ਯੀਸ਼ੂ ਮਸੀਹ ਦੇ ਵਚਨ ਦੇ ਅਨੁਸਾਰ ਲਿਖਿਆ ਕਿ ਯੀਸ਼ੂ ਮਸੀਹ ਨੇ ਕਿਹਾ ਕਿ ਬਹੁਤ ਸਾਰੇ ਝੂਠੇ ਨਬੀ ਉੱਠਣਗੇ ਔਰ ਬਹੁਤ ਸਾਰਿਆਂ ਨੂੰ ਭੁਲੇਖੇ ਵਿੱਚ ਪਾ ਦੇਣਗੇ, ਬਹੁਤ ਸਾਰਿਆਂ ਨੂੰ ਭੁਲੇਖੇ ਵਿੱਚ ਪਾ ਦੇਣਗੇ। ਭੁਲੇਖੇ ਵਿੱਚ ਤਾਂ ਹੀ ਅਸੀਂ ਪਾਵਾਂਗੇ ਜੇਕਰ ਅਸੀਂ ਪਵਿੱਤਰ ਬਾਈਬਲ ਨੂੰ ਪੜ੍ਹਿਆ ਨਹੀਂ ਗਾ। ਪਵਿੱਤਰ ਬਾਈਬਲ ਨੂੰ ਪੜਾਂਗੇ ਤਾਂ ਅਸੀਂ ਜਾਣ ਲਵਾਂਗੇ ਕਿ ਅਸੀਂ ਸਹੀ ਰਸਤੇ ਤੇ ਆ ਜਾਂ ਗਲਤ ਰਸਤੇ ਤੇ। ਕਿਉਂਕਿ ਪਰਮੇਸ਼ਰ ਦਾ ਵਚਨ ਸਾਡੇ ਜੀਵਨ ਲਈ ਚਾਨਣ ਹੈ, ਉਹ ਚਾਨਣ ਤਰ੍ਹਾਂ ਕੰਮ ਕਰਦਾ ਆ ਔਰ ਸਾਨੂੰ ਰੋਸ਼ਨੀ ਦਿਖਾਉਂਦਾ ਆ। ਉਹ ਰੋਸ਼ਨੀ ਦਿਖਾਉਂਦਾ ਤੇ ਅਸੀਂ ਸਹੀ ਤਰੀਕੇ ਨਾਲ ਚੱਲ ਸਕਦੇ ਹਾਂ। ਇਸ ਲਈ ਹਮੇਸ਼ਾ ਯਾਦ ਰੱਖੋ ਕਿ ਪਰਮੇਸ਼ਰ ਦੇ ਵਚਨ ਨੂੰ ਆਪਣੇ ਜੀਵਨ 'ਚ ਪਹਿਲਾ ਹਿੱਸਾ ਦਿਓ। ਬਾਈਬਲ ਦੇ ਵਿੱਚ ਲਿਖਿਆ ਕਿ ਪ੍ਰਭੂ ਯੀਸ਼ੂ ਮਸੀਹ ਨੇ ਵੀ ਵਚਨ ਨੂੰ ਬਹੁਤ ਮਹੱਤਵ ਦਿੱਤੀ, ਕਿਉਂਕਿ ਉਹ ਖੁਦ ਇੱਕ ਵਚਨ ਸੀਗਾ। ਯੀਸ਼ੂ ਮਸੀਹ ਇੱਕ ਸ਼ਬਦ ਸੀ, ਵਚਨ ਸੀ, ਔਰ ਉਸੇ ਵਚਨ ਦੇ ਦੁਆਰਾ ਸਵਰਗ ਦਾ ਰਸਤਾ ਆਇਆ। ਹਾਲੇਲੂਇਆ। ਮੇਰਾ ਵਿਸ਼ਵਾਸ ਹੈ ਕਿ ਅੱਜ ਦੇ ਇਸ ਵਚਨ ਦੇ ਦੁਆਰਾ ਤੁਸੀਂ ਇਸ ਗੱਲ ਨੂੰ ਤਾਂ ਜ਼ਰੂਰ ਸਮਝ ਲਿਆ ਹੈ ਕਿ ਸਾਨੂੰ ਪ੍ਰਾਰਥਨਾ ਤੋਂ ਜ਼ਿਆਦਾ ਪਵਿੱਤਰ ਬਾਈਬਲ ਨੂੰ ਟਾਈਮ ਦੇਣ ਦੀ ਲੋੜ ਹੈ। ਜੇਕਰ ਅਸੀਂ ਪਵਿੱਤਰ ਬਾਈਬਲ ਨੂੰ ਜ਼ਿਆਦਾ ਟਾਈਮ ਦੇਵਾਂਗੇ ਤਾਂ ਅਸੀਂ ਜਾਣ ਲਵਾਂਗੇ ਪ੍ਰਭੂ ਦੀਆਂ ਯੋਜਨਾਵਾਂ, ਕਿ ਪ੍ਰਭੂ ਦੇ ਯੋਜਨਾਵਾਂ ਕੀ ਆ, ਅੰਤ ਸਮੇਂ ਦੀ ਨਿਸ਼ਾਨੀਆਂ ਕੀ ਆ, ਅੰਤ ਸਮੇਂ ਦੇ ਵਿੱਚ ਬਚਣਾ ਕਿੱਦਾਂ ਹੈ, ਅੰਤ ਸਮੇਂ ਦੀ ਤਿਆਰੀ ਕਿੱਦਾਂ ਹੈ। ਕਿਉਂਕਿ ਬਿਨਾਂ ਤਿਆਰੀ ਤੋਂ ਅਸੀਂ ਸਵਰਗ ਵਿੱਚ ਜਾ ਨਹੀਂ ਸਕਦੇ, ਬਿਨਾਂ ਤਿਆਰੀ ਤੋਂ ਅਸੀਂ ਲਾੜੇ ਦੇ ਨਾਲ ਜਾ ਨਹੀਂ ਸਕਦੇ। ਇਸ ਲਈ ਬਾਈਬਲ ਦੱਸਦੀ ਕਿ ਪਰਮੇਸ਼ਰ ਦਾ ਆਤਮਾ ਆ ਜੋ ਸਾਡੀ ਮਦਦ ਸਹਾਇਤਾ ਕਰਦਾ ਆ। ਪਰਮੇਸ਼ਰ ਦੇ ਆਤਮਾ ਤੋਂ ਬਿਨਾਂ ਅਸੀਂ ਪਰਮੇਸ਼ਰ ਦੀ ਕਿਸੇ ਵੀ ਗੱਲ ਨੂੰ ਜਾਣ ਨਹੀਂ ਸਕਦੇ। ਔਰ ਬਾਈਬਲ ਸਾਰੀ ਪਵਿੱਤਰ ਆਤਮਾ ਦੀ ਅਗਵਾਈ ਦੇ ਨਾਲ ਲਿਖੀ ਹੋਈ ਹੈ, ਪਵਿੱਤਰ ਆਤਮਾ ਦੇ ਨਾਲ ਲਿਖੀ ਗਈ ਹੈ। ਪਵਿੱਤਰ ਆਤਮਾ ਨੇ ਲਿਖਾਇਆ ਕਿ ਇਸ ਤਰ੍ਹਾਂ ਲਿਖਣਾ ਹੈ ਆਪਣੇ ਨਬੀਆਂ ਨੂੰ, ਔਰ ਆਤਮਾ ਦੀਆਂ ਗੱਲਾਂ ਨੂੰ ਹੀ ਪਰਮੇਸ਼ਰ ਜਾਣਦਾ ਹੈ। ਉਹ ਬਾਈਬਲ ਦੀਆਂ ਗੱਲਾਂ ਨੂੰ ਜਾਣਦਾ ਆ ਕਿ ਬਾਈਬਲ ਦੇ ਵਿੱਚ ਜੋ ਲਿਖਿਆ ਆ ਉਹ ਰਾਈਟ ਆ ਔਰ ਉਹਦੇ ਅਨੁਸਾਰ ਮੈਂ ਉਹ ਕੰਮ ਕਰਾਂਗਾ। ਇਸ ਲਈ ਜ਼ਿਆਦਾ ਤੋਂ ਜ਼ਿਆਦਾ ਸਮਾਂ ਵਚਨ ਨੂੰ ਸੁਣਨ ਵਿੱਚ, ਪੜ੍ਹਨ ਵਿੱਚ ਲਗਾਓ ਤਾਂ ਕਿ ਤੁਸੀਂ ਸਮਝ ਸਕੋ ਕਿ ਪ੍ਰਭੂ ਦਾ ਵਚਨ ਤੁਹਾਡੇ ਨਾਲ ਕਿਸ ਤਰ੍ਹਾਂ ਗੱਲ ਕਰਦਾ ਹੈ। ਪ੍ਰਾਰਥਨਾ ਜਿਹੜੀ ਆ, ਪ੍ਰਾਰਥਨਾ ਵਿੱਚ ਜ਼ਿਆਦਾਤਰ ਅਸੀਂ ਆਪਣੀਆਂ ਜ਼ਰੂਰਤਾਂ ਨੂੰ ਸਾਂਝਾ ਕਰਦੇ ਹਾਂ ਜਾਂ ਅਸੀਂ ਲੋੜਾਂ ਨੂੰ, ਆਪਣੀਆਂ ਮੰਗਾਂ ਨੂੰ ਪ੍ਰਭੂ ਯੀਸ਼ੂ ਮਸੀਹ ਦੇ ਅੱਗੇ ਰੱਖਦੇ ਹਾਂ। ਪਰ ਪਵਿੱਤਰ ਵਚਨ ਦੇ ਦੁਆਰਾ ਅਸੀਂ ਜਾਣ ਲੈਂਦੇ ਹਾਂ ਕਿ ਪ੍ਰਭੂ ਦੀ ਕੀ ਮਨਸ਼ਾ ਆ, ਉਹਦੀ ਕੀ ਇੱਛਾ ਆ ਸਾਡੇ ਜੀਵਨ ਦੇ ਪ੍ਰਤੀ, ਜਾਂ ਮੇਰੀ ਬੁਲਾਹਟ ਕੀ ਆ। ਅਸੀਂ ਜਾਣ ਲੈਂਦੇ ਹਾਂ ਕਿ ਮੈਂ ਕਿਹੜੇ ਨਬੀ ਤਰ੍ਹਾਂ ਸੱਦਿਆ ਗਿਆ ਆ, ਮੈਂ ਕਿਹੜੇ ਚੇਲੇ ਦੀ ਤਰ੍ਹਾਂ ਕੰਮ ਕਰਨਾ ਆ, ਜਾਂ ਮੈਂ ਪ੍ਰਭੂ ਦੇ ਆਤਮਾ ਦੁਆਰਾ ਕਿਹੜੀ ਗੱਲ ਨੂੰ ਪੂਰਾ ਕਰਨਾ ਹੈ। ਹਾਲੇਲੂਇਆ। ਮੇਰਾ ਵਿਸ਼ਵਾਸ ਆ ਕਿ ਤੁਸੀਂ ਇਹਨਾਂ ਦੋ ਗੱਲਾਂ ਨੂੰ ਬਿਲਕੁਲ ਸਮਝ ਲਿਆ ਆ ਔਰ ਪ੍ਰਭੂ ਯੀਸ਼ੂ ਤੁਹਾਡੀ ਮਦਦ ਸਹਾਇਤਾ ਕਰੇ ਇਹ ਸਭ ਗੱਲਾਂ ਨੂੰ ਸਮਝਣ ਵਿੱਚ। ਆਓ ਅਸੀਂ ਇੱਕ ਮਿੰਟ ਲਈ ਪ੍ਰਾਰਥਨਾ ਕਰਾਂਗੇ, ਅੱਖਾਂ ਬੰਦ ਕਰਾਂਗੇ। ਸਰਵਸ਼ਕਤੀਮਾਨ ਪਿਤਾ ਪ੍ਰਭੂ ਯੀਸ਼ੂ ਨਾਸਰੀ, ਤੇਰਾ ਧੰਨਵਾਦ, ਤੇਰੀ ਤਾਰੀਫ ਹੋਵੇ, ਤੇਰੇ ਨਾਮ ਦੀ ਮਹਿਮਾ ਵਡਿਆਈ ਹੋਵੇ। ਮੇਰੇ ਪਿਤਾ ਪ੍ਰਭੂ ਜੀ, ਜਿਨੇ ਭਾਈ ਭੈਣ ਔਰ ਬੱਚੇ ਮੇਰੇ ਪਿਤਾ ਇਸ ਪ੍ਰਾਰਥਨਾ ਨੂੰ ਸੁਣ ਰਹੇ ਮੇਰੇ ਪਿਤਾ, ਜਾਂ ਜਿਨ੍ਹਾਂ ਨੇ ਇਸ ਵਚਨ ਨੂੰ ਸੁਣਿਆ ਮੇਰੇ ਸਾਹਮਣੇ ਪਿਤਾ, ਤੂੰ ਅੱਜ ਦੇ ਵਚਨ ਦੇ ਦੁਆਰਾ ਉਹਨਾਂ ਦੇ ਜੀਵਨ 'ਚ ਬਹੁਤ ਵੱਡੇ ਕੰਮ ਕਰੀ ਮੇਰੇ ਪਰਮੇਸ਼ਰ। ਉਹਨਾਂ ਦੀ ਅਕਲ ਬੁੱਧ ਸਮਝ ਨੂੰ ਖੋਲੀ ਤਾਂ ਕਿ ਮੇਰੇ ਪਰਮੇਸ਼ਰ ਉਹ ਅੱਜ ਦੇ ਕਲਾਮ ਨੂੰ ਸਮਝ ਸਕਣ ਮੇਰੇ ਪਿਤਾ, ਤੇਰੇ ਵਚਨ ਦੇ ਨਾਲ ਸਮਾਂ ਬਤਾ ਸਕਣ। ਯੀਸ਼ੂ ਨਾਸਰੀ ਦੀ ਕਿਰਪਾ ਕਰੀ, ਦਇਆ ਕਰੀ, ਆਪਣੇ ਪਾਪ ਦੇ ਮਸਾ ਨਾ ਮਸਾ ਕਰੀ। ਯੀਸ਼ੂ ਨਾਸਰੀ ਤੇਰਾ ਆਤਮਾ ਇਹਨਾਂ ਦੀ ਅਗਵਾਈ ਕਰੇ ਮੇਰੇ ਪਰਮੇਸ਼ਰ, ਔਰ ਮੇਰੇ ਪਿਤਾ ਇਹ ਤੇਰੇ ਨਾਮ ਵਿੱਚ ਅੱਗੇ ਵਧ ਸਕਣ ਮੇਰੇ ਪਿਤਾ। तेरा आत्मा मेरे परमेश्वर सचमुच इन्हों सिखावे, तेरी योजना सिखावे मेरे पिता। सचमुच जो तू चाहना इन्होंने जीवन च होना मेरे पिता, तेरा आत्मा अगवाही करे मेरे सामने पिता। थोड़ी वड्डी देर वड्डी कृपा होवे प्रभु यीशु मसीह के नाम च मंगता मैं, आमीन। सारे बोलांगे आमीन, बोलांगे हालेलुया हालेलुया। सो प्रभु सब पे कृपा करे, दया करे, चैन से।